ਵਾਹਿਗੁਰੂ ਧੰਨ ਵਾਹਿਗੁਰੂ 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 ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਸ਼ਰਨ ਪਏ ਪ੍ਰਭ ਆਪਣੇ, ਗੁਰੂ ਹੋਵਾ ਕਿਰਪਾਲ। ਸਤਿਗੁਰ ਕੈ ਉਪਦੇਸ਼ੀਐ, ਬਿਨਸੇ ਸਰਬ ਜੰਜਾਲ। ਅੰਦਰ ਲੱਗਾ RAM ਨਾਮ, ਅੰਮ੍ਰਿਤ ਨਦਰ ਨਿਹਾਲ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ। ਇੱਕ ਨਿਮਖ ਨ ਮਨੋ ਵਿਸਾਰ। ਰਹਾਉ ਗੁਣ ਗੋਵਿੰਦ ਨਿਤ ਗਾਵੀਐ, ਅਵਗੁਣ ਕੱਟਣ ਹਾਰ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿਠੇ ਬਿਸਥਾਰ। ਸਹਿਜੇ ਸਿਫਤੀ ਰਤਿਆਂ, ਭਵ ਜਲ ਉਤਰੇ ਪਾਰ। ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਧੂਰ। ਲੂਕ ਕਮਾਵੈ ਕਿਸੇ ਤੇ, ਜਾਂ ਵੇਖੈ ਸਦਾ ਹਦੂਰ। ਲੂਕ ਕਮਾਵੈ ਕਿਸੇ ਤੇ, ਜਾਂ ਵੇਖੈ ਸਦਾ ਹਦੂਰ। ਥਾਨ ਥਨੰਤਰ ਰਵ ਰਿਆ, ਪ੍ਰਭ ਮੇਰਾ ਭਰਪੂਰ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ। ਸੱਚੀ ਕੁਦਰਤ ਧਾਰੀਅਨ, ਸੱਚ ਸਿਰਜਿਓਨ ਜਹਾਨ। ਨਾਨਕ ਜਪੀਐ ਸੱਚ ਨਾਮ, ਹਉ ਸਦਾ ਸਦਾ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਬਣੀ ਹੈ, ਜੋ ਹਰ ਰੋਜ਼ ਦੀ ਤਰ੍ਹਾਂ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਤੇ Facebook ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਲੜੀਵਾਰ ਕਥਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ ਵਿੱਚੋਂ 85 ਨੰਬਰ ਸ਼ਬਦ ਤੱਕ 85 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ 15 ਸ਼ਬਦ
ਹੁਣ ਤੱਕ ਸ਼੍ਰੀ ਰਾਗ ਦੇ ਵਿੱਚੋਂ ਵਿਚਾਰ ਲਏ ਗਏ ਹਨ। ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 48 ਨੰਬਰ ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, 48 ਨੰਬਰ ਪੰਨਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਰਸਨਾ ਤੋਂ ਬੁਖਾਰ ਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ। ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਦੀ ਗਿਣਤੀ ਹੈ 16 ਤੇ ਸ਼੍ਰੀ ਰਾਗ ਦਾ ਇਹ ਪਾਵਨ ਸ਼ਬਦ ਨੰਬਰ ਆ 86। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ 4 ਬੰਦ ਰੱਖੇ ਨੇ ਤੇ ਇੱਕ ਬੰਦ ਰਹਾਉ ਦਾ ਹੈ। ਅਕਸਰ ਹੀ ਆਪਾਂ ਰਹਾਉ ਦੇ ਬੰਦ ਤੋਂ ਹੀ ਗੁਰੂ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ, ਕਿਉਂਕਿ ਜਿਵੇਂ ਇੱਕ ਗੁਰੂ ਸ਼ਬਦ ਦੀ ਵਿਚਾਰ ਦਾ ਨਿਯਮ ਹੈ ਕਿ ਰਹਾਉ ਦੇ ਪੰਕਤੀਆਂ ਦੇ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ। ਸੋ ਸਾਡੇ ਗੁਰੂ ਜੀ ਸਾਡੇ ਵਾਸਤੇ ਸ਼ਬਦ ਗੁਰੂ ਨੇ, ਤੇ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਹ ਇਹ ਹੈ ਕਿ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਸਾਡੇ ਵਾਸਤੇ ਸਾਡਾ ਰੱਬ, ਸਾਡਾ ਰਹਿਬਰ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਹੈ। ਉਹਨੂੰ ਕੋਈ ਰਾਮ ਕਹਿ ਲੇ, ਉਹਨੂੰ ਕੋਈ ਰਹੀਮ ਕਹਿ ਲੇ, ਉਹਨੂੰ ਕੋਈ ਅੱਲਾ ਕਹਿ ਲੇ, ਉਹਨੂੰ ਕੋਈ ਗੋਡ ਕਹਿ ਲੈ, ਉਹਨੂੰ ਕੋਈ ਈਸ਼ਵਰ ਕਹਿ ਲੈ, ਪਰ ਹੈ ਉਹ ਇੱਕ ਹੀ। ਉਹ ਇਹ ਨਹੀਂ ਕਿ ਉਹ ਰਾਮ ਹੋ ਰਿਹਾ ਜਾਂ ਰਹੀਮ ਹੋ ਰਿਹਾ। ਸਤਿਗੁਰੂ ਕਹਿੰਦੇ ਉਹ ਇੱਕ ਹੀ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਅੱਖਰ ਹੀ ਇੱਕ ਓਅੰਕਾਰ ਹੈ। ਵਾਹਿਗੁਰੂ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਾ ਦੂਸਰਾ ਹੋਇਆ ਹੈ, ਨਾ ਕੋਈ ਦੂਸਰਾ ਹੋ ਸਕਦਾ ਹੈ। ਤੇ ਸਮੁੱਚੀ ਸ਼ਬਦ ਗੁਰੂ ਦਾ ਜਿਹੜਾ ਮੌਲਿਕ ਸਿਧਾਂਤ ਹੈ ਉਹ ਸਾਨੂੰ ਗੁਰਬਾਣੀ ਦੇ ਰਾਹੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੇ ਨਾਲ ਜੋੜਨਾ ਹੈ। ਸਾਡੇ ਵਿੱਚ ਅਵਗੁਣਾਂ ਦੀ ਭਰਮਾਰ ਹੈ। ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ। ਸਾਡਾ ਸੁਭਾਅ ਹੈ ਅਸੀਂ ਅਵਗੁਣ ਹੀ ਫਰੋਲਦੇ ਹਾਂ ਤੇ ਅਵਗੁਣ ਹੀ ਲੱਭਦੇ ਹਾਂ, ਪਰ ਗੁਰਬਾਣੀ ਸਾਨੂੰ ਗੁਣਾਂ ਦੀ ਸਾਂਝ ਕਰਨ ਬਾਰੇ ਸਿਖਾਉਂਦੀ ਹੈ। ਸਾਂਝ ਕਰੀਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ ਦਾ ਸਿਧਾਂਤ ਹੈ ਗੁਰਬਾਣੀ ਦਾ। ਸਤਿਗੁਰ ਦੀ ਪਾਵਨ ਬਾਣੀ ਦੇ ਰਾਹੀਂ ਅਸੀਂ ਆਪਣੇ ਜੀਵਨ ਨੂੰ ਨਿਖੇਰਨਾ ਹੈ ਤਾਂ ਕਿ ਆਪ ਸਵਾਰੇ ਮੈਂ ਮਿਲੇ, ਤਾਂ ਕਿ ਸਾਡੇ ਵਿੱਚੋਂ ਅਸੀਂ ਆਪਣੇ ਆਪ ਨੂੰ ਸਵਾਰ ਸਕੀਏ, ਆਪਣੇ ਅਹੰਗ, ਆਪਣੇ ਲੋਭ, ਆਪਣੇ ਵਿਕਾਰਾਂ ਨੂੰ ਵਸ ਵਿੱਚ ਕਰ ਸਕੀਏ। ਅੱਗੇ ਅਸੀਂ ਵਿਕਾਰਾਂ ਦੀ ਚਾਕਰੀ ਕਰ ਰਹੇ ਹਾਂ, ਵਿਕਾਰਾਂ ਦੀ ਗੁਲਾਮੀ ਕਰ ਰਹੇ ਹਾਂ, ਇਸੇ ਕਰਕੇ ਸਾਡੇ ਜੀਵਨ ਵਿੱਚ ਗੰਦਗੀ ਹੈ। ਸਤਿਗੁਰੂ ਚਾਹੁੰਦੇ, ਮੈਂ ਚਾਹੁੰਦਾ ਤੂੰ ਪਰਮਾਤਮਾ ਦੀ ਗੁਲਾਮੀ ਕਰੇ, ਮੁਥਾਜੀ ਪਰਮਾਤਮਾ ਦੀ ਰੱਖੇ। ਇਸੇ ਕਰਕੇ ਬਾਰ-ਬਾਰ ਇਹ ਸਿੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਦਾਤਾਂ ਦੇਣ ਵਾਲਾ, ਜੀਵਨ ਦੇ ਵਿੱਚ ਨਿਰਮਲਤਾਈ ਲਿਆਉਣ ਵਾਲਾ, ਜ਼ਿੰਦਗੀ ਦੇ ਹਰ ਇੱਕ ਪਹਿਲੂ ਦੇ ਉੱਪਰ ਕੇਵਲ ਤਾਂ ਕੇਵਲ ਅਕਾਲ ਪੁਰਖ ਹੀ ਤੇਰਾ ਸਾਥੀ ਹੋਵੇਗਾ, ਉਹੀ ਤੇਰੇ ਨਾਲ ਰਹਿਣ ਵਾਲਾ ਹੈ। ਬਾਕੀ ਜੋ ਕੁਝ ਤੂੰ ਦਿਸਦੀ ਦੁਨੀਆ ਨੂੰ ਦੇਖ ਰਿਹਾ, ਅੱਖਾਂ ਦੇ ਨਾਲ ਦੇਖ ਰਿਹਾ, ਇਹ ਸਭ ਚੀਜ਼ਾਂ ਜੋ ਕੁਝ ਵੇਖ ਰਿਹਾ, ਇਹ ਸਭ ਬਿਨਸਣਹਾਰ ਹੈ, ਸਭ ਮੁੱਕ ਜਾਣਗੀਆਂ, ਸਭ ਨਾਸ਼ਵੰਤ ਹੈ। ਇੱਕੋ ਇੱਕ ਪਰਮਾਤਮਾ ਹੈ ਜੋ ਨਾਸ਼ਵੰਤ ਨਹੀਂ ਹੈ। ਸੋ ਸਤਿਗੁਰੂ ਜੀ ਨੇ ਇਹਨਾਂ ਪਾਵਨ ਉਪਦੇਸ਼ਾਂ ਦੇ ਨਾਲ ਸਿੱਖ ਦੀ ਘਾਟ ਨੂੰ ਘੜਿਆ। ਸਿੱਖ ਦੇ ਅੰਦਰ ਇੱਕ ਇੱਕ ਰੈਵੋਲੂਸ਼ਨਰੀ ਸੋਚ ਨੂੰ ਡਿਵੈਲਪ ਕੀਤਾ ਹੈ। ਸਤਿਗੁਰ ਦਾ ਸਿਧਾਂਤ ਇਹ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਜ ਸੁਣੀਏ ਕਿਜ ਕਹੀਏ। ਦੁਨੀਆ ਦੇ ਵਿੱਚ ਜਦ ਤੱਕ ਰਹਿਣਾ, ਸੱਚ ਦੇ ਨਾਲ ਖੜਨਾ ਹੈ, ਸੱਚ ਦੀ ਗੱਲ ਕਰਨੀ ਹੈ, ਦ੍ਰਿੜਤਾ ਨਾਲ ਕਰਨੀ ਹੈ। ਉਹਦੇ ਵਾਸਤੇ ਭਾਵੇਂ ਜਾਨ ਚਲੀ ਜਾਵੇ ਕੋਈ ਗੱਲ ਨਹੀਂ, ਪਰ ਸੱਚ ਦਾ ਸਾਹਮਣਾ ਸਿੱਖ ਨੇ ਡਟ ਕੇ ਕੀਤਾ ਹੈ, ਡਟ ਕੇ ਸੱਚ ਨਾਲ ਖਲੋਤਾ ਹੈ। ਇਸੇ ਕਰਕੇ ਪਖੰਡਵਾਦ, ਕਰਮਕਾਂਡ, ਭਰਮ ਜਾਲ ਵਿੱਚੋਂ ਸਿੱਖ ਨੂੰ ਕੱਢ ਕੇ ਇੱਕ ਪੂਰੇ ਤੋਂ ਪੂਰੇ ਤਰੀਕੇ ਦੇ ਨਾਲ ਇਹਦੇ ਅੰਦਰ ਇੱਕ ਦ੍ਰਿੜ ਕਰ ਦਿੱਤੀ ਹੈ ਭਾਵਨਾ ਗੁਰਬਾਣੀ, ਗੁਰੂ ਸ਼ਬਦ ਨੇ, ਕਿ ਕੇਵਲ ਤਾਂ ਕੇਵਲ ਜੇ ਜ਼ਿੰਦਗੀ 'ਚ ਤੂੰ ਮੁਥਾਜੀ ਕਰਨੀ ਹੈ, ਅਕਾਲ ਪੁਰਖ ਦੀ ਕਰਨੀ ਹੈ। ਇਹਦੇ ਅੰਦਰ ਇੱਕ ਆਜ਼ਾਦੀ ਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਹੈ, ਇੱਕ ਆਪਣੇ ਆਪ ਦੇ ਵਿੱਚ ਆਜ਼ਾਦੀ ਦੀ ਭਾਵਨਾ ਨੂੰ ਡਿਵੈਲਪ ਕੀਤਾ ਹੈ। ਇਸੇ ਕਰਕੇ ਸਿੱਖ ਗੁਲਾਮ ਨਹੀਂ,
ਅੱਜ ਜੇ ਸਿੱਖ ਗੁਲਾਮ ਨਜ਼ਰ ਆ ਰਿਹਾ ਹੈ, ਸਿੱਖ ਗੁਲਾਮ ਆ ਆਪਣੀਆਂ ਖਾਹਿਸ਼ਾਂ ਦਾ, ਆਪਣੇ ਝੂਠ ਦਾ, ਆਪਣੀਆਂ ਇੱਛਾਵਾਂ ਦਾ, ਆਪਣੀਆਂ ਕਾਮਨਾਵਾਂ ਦਾ। ਇਹਨਾਂ ਦੇ ਕਰਕੇ ਇਹ ਗੁਲਾਮ ਹੈ। ਅੱਜ ਵੀ ਇਹ ਆਜ਼ਾਦ ਹੋ ਸਕਦਾ ਹੈ। ਬਸ ਕੋਸ਼ਿਸ਼ ਇਹ ਕਰਨੀ ਹੈ, ਗੁਰੂ ਸ਼ਬਦ ਦੇ ਤੁਰਤ ਗੁਰੂ ਸ਼ਬਦ ਨੂੰ ਫੋਲੋ ਕਰਦਿਆਂ, ਗੁਰੂ ਮੱਤ 'ਤੇ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਸੱਚ ਦੇ ਸਿਧਾਂਤ ਉੱਤੇ ਮੁਕੰਮਲ ਕਰਨਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਵਿੱਚ ਜੁੜਨਾ ਹੈ। ਸਾਡਾ ਕੋਈ ਦੇਵੀ ਦੇਵਤਾ ਨਹੀਂ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਗ੍ਰੰਥ ਦੀ ਪੂਜਾ ਨਹੀਂ ਕਰਦੇ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਹੈ। ਪੂਜਾ ਕੇਵਲ ਇੱਕ ਅਕਾਲ ਪੁਰਖ ਦੀ ਹੈ। ਪਰਚਾ ਗੁਰੂ ਗ੍ਰੰਥ ਸਾਹਿਬ ਦਾ ਹੈ। ਸਿੱਖਣਾ ਗੁਰੂ ਗ੍ਰੰਥ ਸਾਹਿਬ ਕੋਲੋਂ ਹੈ। ਸਤਿਗੁਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਵੇਂ ਗੁਰਮਤਿ ਦੇ ਗਾਡੀ ਰਾਹ 'ਤੇ ਚੱਲ ਕੇ ਆਪਣੇ ਪਰਿਵਾਰਿਕ ਤੇ ਆਪਣੇ ਸੰਸਾਰਿਕ ਜੀਵਨ ਨੂੰ ਸੱਚ ਦੇ ਰਾਹ 'ਤੇ ਤੁਰਦਿਆਂ ਹੋਇਆਂ ਪਰਮਾਤਮਾ ਨਾਲ ਇਕਮਿਕ ਹੋਣਾ ਹੈ। ਸੋ ਇਹ ਜਿਹੜੇ ਸ਼ੁਰੂਆਤੀ ਬੇਨਤੀਆਂ ਮੈਂ ਇਸ ਕਰਕੇ ਕਰਦਾ ਹਾਂ ਕਿ ਗੁਰਬਾਣੀ ਦੀਆਂ ਰਮਜ਼ਾਂ ਸਮਝ ਆਉਣ। ਸਤਿਗੁਰੂ ਜੀ ਅੱਖਾਂ ਮੀਟ ਕੇ ਚੌਂਕੜੇ ਮਾਰ ਕੇ ਮਾਲਾਵਾਂ ਜਪਣ ਵਾਲਿਆਂ ਸਿੱਖਾਂ ਦੀ ਬਾਤ ਨਹੀਂ ਕਰ ਰਹੇ। ਤੇ ਸੱਚ ਜਾਣਿਓ, ਜਿਹੜੇ ਹੱਥ ਵਿੱਚ ਮਾਲਾਵਾਂ ਫੜ ਕੇ ਕੋਮਲ ਹੱਥਾਂ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ, ਇਹ ਕਦੀ ਵੀ ਚੜ੍ਹਦੀ ਕਲਾ ਦੀ ਬਾਤ ਜਾਂ ਇੱਕ ਬਹਾਦਰੀ ਦੇ ਗੁਣਾਂ ਨੂੰ ਡਿਵੈਲਪ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਕਿਰਤ ਕਰਨ ਦੀ ਪਹਿਲਾਂ ਗੱਲ ਕਹੀ ਸੀ, ਕਿਉਂਕਿ ਜਿਹੜਾ ਕਿਰਤ ਕਰਨ ਵਾਲਾ ਹੈ ਨਾ, ਜੋ ਸੱਚ ਦੀ ਕਿਰਤ ਕਰਦਾ ਹੈ, ਉਹੀ ਹੱਕਾਂ ਦੀ ਰਾਖੀ ਕਰ ਸਕਦਾ ਹੈ। ਤੇ ਜਿਹੜੇ ਮੇਰੇ ਵਰਗੇ ਵਿਹਲੜ ਪਖੰਡੀ ਭੋਰਿਆਂ 'ਚ ਰਹਿਣ ਵਾਲੇ, ਘੁਰਨਿਆਂ 'ਚ ਬਹਿਣ ਵਾਲੇ ਤੇ ਮਖਮਲੀ ਜੁੱਤੀਆਂ ਪੈਰਾਂ 'ਚ ਪਾ ਕੇ ਤੇ ਵਿਹਲੜਾਂ ਸਾਧਾਂ ਦੀਆਂ ਕਹਾਣੀਆਂ ਗਾਥਾਵਾਂ ਸੁਣਾਉਣ ਵਾਲੇ, ਇਹ ਕਦੀ ਵੀ ਸੱਚ ਦੇ ਰਾਹ 'ਤੇ ਨਹੀਂ ਚੁੱਲ ਸਕਦੇ। ਇਹ ਤੇ ਸਿਰਫ ਗੁਰਬਾਣੀ ਦਾ ਇਹਨਾਂ ਨੇ ਵੇਸ਼ ਧਾਰਿਆ ਹੈ ਆਪਣੇ ਵਪਾਰ ਨੂੰ ਚਲਾਉਣ ਵਾਸਤੇ, ਤਾਂ ਕਿ ਅਸੀਂ ਆਪਣਾ ਬਿਜ਼ਨਸ ਗੁਰਬਾਣੀ ਦੇ ਰਾਹੀਂ ਚਲਾ ਸਕੀਏ, ਧਰਮ ਨੂੰ ਖਰੀਦ ਸਕੀਏ, ਧਰਮ ਨੂੰ ਵੇਚ ਸਕੀਏ। ਪਰ ਜਿੱਦਣ ਸਿੱਖ ਗੁਰਮਤ ਸਿਧਾਂਤਾਂ ਦੇ ਉੱਪਰ ਪ੍ਰਮਾਣਿਤ ਹੁੰਦਾ ਹੈ, ਜਿੱਦਣ ਉਹਦੇ ਅੰਦਰ ਗੁਰਮਤ ਸਮਝ ਆਉਣ ਲੱਗ ਪੈਂਦੀ ਹੈ, ਉਹਨੂੰ ਸਮਝ ਪੈ ਜਾਂਦੀ ਹੈ ਕਿ ਇਹ ਤੇ ਬਨਾਰਸ ਦੇ ਠੱਗ ਨੇ, ਤੋਂ ਜ਼ਿਆਦਾ ਕੁਝ ਨਹੀਂ। ਸਤਿਗੁਰੂ ਜੀ ਦਾ ਫਿਰ ਸਿਧਾਂਤ, ਗੁਰੂ ਜੀ ਦੀ ਬਾਣੀ ਦੇ ਨੁਕਤੇ ਇਹਦੇ ਜੀਵਨ ਦੇ ਵਿੱਚ ਘਰ ਕਰਨ ਲੱਗ ਪੈਂਦੇ ਨੇ। ਫਿਰ ਇਹਨੂੰ ਸਮਝ ਪੈ ਜਾਂਦੀ ਹੈ, ਅਵੇ ਤਵੇ ਕੀ ਚਾਕਰੀ ਕਿਉਂ ਦਰਗਹਿ ਪਾਵੈ। ਉਹ ਫਿਰ ਹੋਰ ਕਿਸੇ ਦੀਆਂ ਚਾਕਰੀਆਂ ਨਹੀਂ ਕਰਦੇ, ਫਿਰ ਚਾਕਰੀ ਕੇਵਲ ਇੱਕ ਅਕਾਲ ਪੁਰਖ ਦੀ ਕਰਦੇ ਨੇ। ਤੋ ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਬਾਰ-ਬਾਰ ਸਾਨੂੰ ਇਹੀ ਗੱਲ ਸਮਝਾਈ ਹੈ। ਅੱਜ ਦੇ ਪਾਵਨ ਸ਼੍ਰੀ ਰਾਗ ਦੇ ਜਿਹੜੇ ਬਚਨ ਨੇ, 48 ਨੰਬਰ ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਰਹਾਉ ਦਾ ਬੰਦ ਹੈ ਪਾਵਨ ਸ਼ਬਦ ਦਾ, ਮਨ ਮੇਰੇ ਸਤਿਗੁਰੂ ਸੇਵਾ ਸਾਰ। ਸਾਰ ਦਾ ਅਰਥ ਹੁੰਦਾ ਸੰਭਾਲ ਕਰਨੀ। ਕਹਿੰਦੇ ਹੇ ਮੇਰੇ ਮਨ, ਹਮੇਸ਼ਾ ਗੁਰੂ ਦੀ ਦੱਸੀ ਹੋਈ ਸੇਵਾ ਵੱਲ ਧਿਆਨ ਦੇ। ਹੁਣ ਸੇਵਾ ਦਾ ਫੈਕਟਰ ਕੀ ਹੈ? ਮੈਂ ਬਾਰ-ਬਾਰ ਬੇਨਤੀ ਕਰਦਾ, ਜਦੋਂ ਵੀ ਗੁਰੂ ਦੀ ਸੇਵਾ ਦੀ ਗੱਲ ਆਉਂਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਜੀ ਕਹਿ ਰਹੇ ਤੂੰ ਮੈਨੂੰ ਰੁਮਾਲੇ ਕੀਮਤੀ ਚੜਾ, ਤੂੰ ਮੇਰੇ ਵਾਸਤੇ ਸੋਨੇ ਦੀਆਂ ਪਾਲਕੀਆਂ ਰੱਖ। ਇਹਦਾ ਮਤਲਬ ਇਹ ਹੈ ਕਿ ਸਤਿਗੁਰੂ ਦੇ ਉਪਦੇਸ਼ਾਂ ਨੂੰ ਇਨ ਬਿਨ ਆਪਣੇ ਮਨ ਵਿੱਚ ਵਸਾ। ਸਤਿਗੁਰੂ ਦੀ ਮੱਤ ਦੇ ਮੁਤਾਬਕ ਤੁਰਨਾ ਹੀ ਸਤਿਗੁਰੂ ਦੀ ਸਭ ਤੋਂ ਵੱਡੀ ਸੇਵਾ ਹੈ। ਤੋ ਸਭ ਕਹਿੰਦੇ ਹੇ ਮੇਰੇ ਮਨ, ਗੁਰੂ ਦੀ ਦੱਸੀ ਹੋਏ ਹੁਕਮਾਂ ਤੇ ਚੱਲ, ਗੁਰੂ ਦੀ ਦੱਸੀ ਹੋਈ ਮੱਤ ਨੂੰ ਅਪਣਾ, ਉਹਦੇ ਉੱਪਰ ਧਿਆਨ ਲਾ, ਕਿਉਂਕਿ ਗੁਰੂ ਜੀ ਦੇ ਉਪਦੇਸ਼ ਹੀ, ਗੁਰੂ ਜੀ ਦੇ ਹੁਕਮ ਤੇ ਤੁਰਨਾ ਹੀ ਸਤਿਗੁਰ ਦੀ ਸੱਚੀ ਸੇਵਾ ਹੈ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨਾ ਮਨੋ ਵਿਸਾਰ। ਨਿਮਖ ਦਾ ਅਰਥ ਹੁੰਦਾ ਹੈ ਅੱਖ ਜਦੋਂ ਆਪਾਂ ਝਮਕਦੇ ਆ ਨਾ, ਉਹਨੂੰ 1 ਸੈਕਿੰਡ ਕਹਿੰਦੇ ਨੇ, 1 ਫੋਰਕ ਕਹਿੰਦੇ ਨੇ। ਕਹਿੰਦੇ 1 ਸੈਕਿੰਡ ਵੀ, 1 ਨਿਮਖ ਵੀ ਤੇਰੇ ਜੀਵਨ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਨਾ ਚਾਹੀਦਾ। ਭਾਵ ਪ੍ਰਮਾਤਮਾ ਦੇ ਉੱਤੇ ਤੇਰਾ ਇੰਨਾ ਵਿਸ਼ਵਾਸ, ਇੰਨਾ ਭਰੋਸਾ ਵੱਧ ਜਾਣਾ ਚਾਹੀਦਾ ਹੈ ਕਿ ਤੇਰੇ ਜੀਵਨ ਦਾ ਆਧਾਰ, ਤੇਰੇ ਜੀਵਨ ਦਾ ਆਸਰਾ ਪ੍ਰਮਾਤਮਾ ਬਣ ਜਾਵੇ। ਇੱਕ ਪਲ ਵੀ ਐਸਾ ਤੇਰੇ ਜੀਵਨ 'ਚ ਨਹੀਂ ਆਉਣਾ ਚਾਹੀਦਾ ਕਿ ਪ੍ਰਮਾਤਮਾ ਤੋਂ ਤੇਰਾ ਧਿਆਨ ਇੱਧਰ ਉੱਧਰ ਹੋਵੇ। ਕਿਉਂਕਿ ਜੇ ਤੂੰ ਚਾਹੁੰਦਾ ਹੈ
तेरे जीवन दे विच सच्चाई होवे, जे चाहुंदा है तेरे जीवन विच चंगे ख्याल उपजण, जे चाहुंदा है कि तू हर वक्त मानसिक तौर ते आत्मिक तौर ते चढ़दी कला विच रवें, फिर चढ़दी कला दे मालक अकाल पुरख दे नाल अपणियां बिरतियां जोड़। चेता रखियो, 1 सैकंड दे विच जे पावर हाउस तो लाइट कट जावे ते बत्ती बुझ जाती है, पर जे वो 1 सैकंड दे विच बत्ती दोबारा जुड़ जावे। साडी जिंदगी दा पावर हाउस अकाल पुरख है। असी उतों अपनियां तारां तोड़ के बैठे हाँ ते इधरों उधरों एनर्जी लै रहे हैं। असली एनर्जी जिंदगी दी परमात्मा तो मिलनी है, क्योंकि उही साडी आत्मा दा मालक है ते आत्मा दी शक्ति दा मालक परमात्मा है। तो साहब कहंदे, एक पल भी तेरे जीवन च ऐसा नहीं होना चाहिए, 1 सैकंड भी ऐसा नहीं होना चाहिए कि तू परमात्मा तो टुट जावे, क्योंकि इधरों परमात्मा जीवन दे विचों परमात्मा दा ख्याल छड्डिया नहीं, विकारां ने आके हल्ला बोल देना है, उन्होंने आके इस मन उत्ते हल्ला बोल देना है। हुण इस हल्ले तो बचण वास्ते हर वक्त इस घर दे मालक नूं घर विच रखना पऊगा। घर दा मालक अकाल पुरख है। करे दया प्रभ अपनी, एक निमख ना मैनों विसार। सब कहते परमात्मा नूं अख दे फोर जितने समय वास्ते भी अपने मन तो ना भुला, 1 सैकंड भी नाम परमात्मा नूं अपने तो दूर ना कर। ते कहते जिहड़ा मनुख ये उद्यम करदा वा ना, जिहड़ा मनुख इस रस्ते नूं समझ जाता है, फिर वो परिपूर्ण परमात्मा दी नज़रां दा, किरपा दा, बख्शिश दा पात्र बन जाता है। रहाओ, ये रहाओ दा बंद है। पहला बंद है पावन शब्द दा। अज दा जिहड़ा है, साहिब जी कहंदे, शरण पए प्रभ आपणे, गुरु होआ कृपाल। शरण प्रभु का मतलब की है? परमात्मा जी की शरण विच। मैं बार बार बेनती करदा, शरण आउण दा मतलब है सरंडर करना, जिहदे विच अपनी नहीं चलाउणी। असी गुरु जी नूं अज तक समर्पण ही नहीं कर पाए। गुस्ताखी माफ, बहुत घੱਟ होणगे जो समर्पण करते होणगे। असी ते सतगुरु नूं अपणीआं लोड़ां वास्ते वरत रहे हैं कि मेरो जी मेरे पुੱਤ ਦਾ वीज़ा ला दिओ जी, मेरे घर वधिया होवे, मैनूं कदी गरीबी ना आवे, मेरा काम धंधा बड़ा वधिया चले, मैनूं पुੱਤਰ ਦੀ ਦਾਤ दे दिओ जी, मैनूं पोतरे ਦੀ ਦਾਤ दे दिओ जी। असी ते गुरु नूं सिर्फ ਇਹਦੇ वास्ते वरते। कदी ये नहीं गुरु जी कोल आके अरदास कीती, पातशाह जी मेरा मन चंगा सोचे, सतगुरु जी मेरे मन दे विचों चंगे ख्याल उपजण, सतगुरु जी मेरे मन विचों मेर तेर मिट जावे, सतगुरु जी मेरे मन दे विचों ना आ बगाना भाव मुक जावे, मैं सारियां नाल प्यार करां, लोड़वंदां दी मदद करां। कदी ये तो मंगिया ही नहीं। असी जदों भी असी गुरु कोलों मंगिया है, असी यही मंगिया है, मेरा घर, मेरा राज, मेरा तख्त, मेरियां पातशाहियां, मेरे बच्चे, मेरी माँ, मेरे पुत, मेरियां धीआं, बस आही मंगे। तो साहब कहंदे जदों गुरु जी कोल जाना वा ना, परमात्मा जी दे कोल जाना है, उत्थे समर्पण करते। वेख किन्ना नज़ारा है समर्पण करके। जदों तू अपने आप नूं समर्पण कर देवेगा, शरण आए दा अर्थ है सरंडर कर देना। शरण पए प्रभ आपणे, अपने परमात्मा जी दी शरण विच अपने आप नूं समर्पण कर दे, ते फिर की होवेगा? गुरु होआ कृपाल। कहंदे जिस मनुख ने गुरु दयावान, जिस मनुख दे उत्ते गुरु दयावान हुंदा है, भाव जदों मैं गुरु जी दी बाणी नूं समझ के विचार के पढ़दा हाँ, जदों मैं सहज पाठ विचार के समझ के गुरु की मत ते तुरदा हाँ, गुरु के उपदेशों नूं फॉलो करन लग पैना हाँ, ते समझ लेना सतगुरु दयावान है। सतगुरु की गल समझ आउण लग पई है, गुरु जी की बात पल्ले पैण लग पई है, गुरु जी की हुक्म ते ये मन तुरन लग पिया है। ये गुरु की नज़र हो गई है, गुरु जी की बख्शिश हो गई है, गुरु जी ने अपने दया की दृष्टि कर दी है। तो साहब कहते जिस उपर गुरु जी की रहमत बन जाती है, वो मनुख की करता है? परमात्मा की शरण में आ जाता है। वो अपनियां सियाणपां चुतराइयां सब छड़ दिंदा है, वो समर्पण कर दिंदा अपने आप नूं। ते करदा की है?
सतगुरु कै उपदेशी है बिनसे सर्ब जंजाल। ਤੇ ਫਿਰ ਜਦੋਂ ਉਹ ਗੁਰੂ ਜੀ ਦੇ ਕੋਲੋਂ ਬੜੇ ਪਿਆਰ ਤੇ ਬੜੇ ਸਤਿਕਾਰ ਨਾਲ ਉਪਦੇਸ਼ ਲੈਂਦਾ ਹੈ। ਦੇਖੋ ਸਟੂਡੈਂਟ ਹੈ ਸਿੱਖ, ਇਸੇ ਕਰਕੇ ਸਿੱਖ ਕਿਹਾ ਹੈ, ਸਿੱਖ ਦਾ ਅਰਥ ਹੈ ਹਰ ਵਕਤ ਸਿੱਖਣਾ, ਹਰ ਵਕਤ ਸਟੂਡੈਂਟ ਹੈ। ਤੇ ਸਟੂਡੈਂਟ ਕਿਹਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਸ਼ਬਦ ਦਾ। ਤੇ ਰੋਜ਼ ਆਪਣੇ ਆਪ ਨੂੰ ਸਮਰਪਣ ਕਰਕੇ, ਹੁਕਮਨਾਮਾ ਕੀ ਹੈ? ਰੋਜ਼ ਦਾ ਇੱਕ ਲੈਸਨ ਹੈ, ਜਿਹੜਾ ਅਸੀਂ ਲੈਸਨ ਆਪਣੇ ਜੀਵਨ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਨਾ ਹੈ। ਪਰ ਅੱਜ ਮੈਂ ਵੇਖਦਾ ਹੁਕਮਨਾਮਾ ਤੇ ਬੜੇ ਅਦਬ ਨਾਲ ਅਸੀਂ ਸੁਣਦੇ ਹਾਂ, ਪਰ ਮੰਨਦੇ ਨਹੀਂ, ਫਾਲੋ ਨਹੀਂ ਕੀਤਾ ਜਾ ਰਿਹਾ। ਸਤਿਗੁਰੂ ਕੇ ਬਚਨਾਂ ਨੂੰ ਫਾਲੋ ਕਰਨਾ ਹੈ, ਗੁਰੂ ਜੀ ਦੇ ਉਪਦੇਸ਼ਾਂ ਨੂੰ ਜੀਵਨ 'ਚ ਵਸਾਉਣਾ ਹੈ। ਤੇ ਜਿੱਦਣ ਸਤਿਗੁਰੂ ਕੇ ਉਪਦੇਸ਼ ਜੀਵਨ 'ਚ ਵਸਦੇ ਆ ਨਾ, ਗੁਰਬਾਣੀ ਦੀ ਵਿਚਾਰ ਸਮਝ ਆਉਣ ਲੱਗਦੀ ਹੈ, ਉਦਣ ਨਹੀਂ ਕਿਸੇ ਦੀ ਪਰਵਾਹ ਰਹਿੰਦੀ, ਉਦਣ ਕਿਸੇ ਦੀ ਪਰਵਾਹ ਨਹੀਂ ਰਹਿੰਦੀ। ਨਾ ਕਿਸੇ ਪਖੰਡ, ਨਾ ਕਿਸੇ ਕਰਮਕਾਂਡ, ਨਾ ਕਿਸੇ ਦੇਹਧਾਰੀ, ਨਾ ਕਿਸੇ ਅਨਮਤੀ ਗੁਰੂ, ਨਾ ਕਿਸੇ ਅਨਮਤੀ ਤਿਉਹਾਰ। ਫਿਰ ਕਿਸੇ ਬੰਨੇ ਸਿੱਖ ਦੇ ਪੈਰ ਨਹੀਂ ਚੱਲਦੇ, ਫਿਰ ਉਹਦੇ ਜੀਵਨ ਦਾ ਮਾਰਗ ਬਿਲਕੁਲ ਸਾਫ਼ ਨਜ਼ਰ ਆਉਣ ਲੱਗ ਪੈਂਦਾ ਹੈ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਮੈਂ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਉਣਾ ਹੈ, ਗੁਰੂ ਦੀ ਦੱਸੀ ਹੋਈ ਹੁਕਮ ਤੇ ਚੱਲਣਾ ਹੈ। ਫਿਰ ਸਤਿਗੁਰੂ ਕੈ ਉਪਦੇਸ਼ੀ ਹੈ। ਫਿਰ ਸਤਿਗੁਰੂ ਦੇ ਉਪਦੇਸ਼ਾਂ ਦੀ ਬਰਕਤ ਨਾਲ ਬਿਨਸੇ ਸਰਬ ਜੰਜਾਲ। ਉਹਦੇ ਜੀਵਨ ਦੇ ਵਿੱਚੋਂ ਜਿਹੜੇ ਮਾਇਆ ਦੇ ਮੋਹ ਦੇ ਉਹਨੇ ਜਾਲ ਬੁਣੇ ਹੋਏ ਆ ਨਾ, ਉਹ ਸਾਰੇ ਜਾਲ ਕੱਟੇ ਜਾਂਦੇ ਨੇ ਤੇ ਜੀਵਨ ਬੜਾ ਸ਼ਾਂਤਮਈ, ਬੜਾ ਸ਼ੀਤਲ ਤੇ ਬੜਾ ਨਿਰਮਲ ਹੋ ਜਾਂਦਾ ਹੈ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਅੰਦਰ ਦਾ ਅਰਥ ਆ ਹਿਰਦੇ ਰੂਪੀ ਘਰ ਦੇ ਵਿੱਚ, ਲੱਗਾ ਦਾ ਅਰਥ ਆ ਲੱਗ ਜਾਂਦਾ ਹੈ ਰਾਮ ਨਾਮ। ਰਾਮ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ, ਅਕਾਲ ਪੁਰਖ ਦਾ ਸੱਚਾ ਹੁਕਮ, ਉਹਦਾ ਸੱਚਾ ਸਿਧਾਂਤ। ਅੰਮ੍ਰਿਤ ਨਦਰ ਨਿਹਾਲ, ਤੇ ਆਤਮਿਕ ਜੀਵਨ ਦੇਣ ਵਾਲਾ ਗੁਰੂ ਜੀ ਦੇ ਉਪਦੇਸ਼ਾਂ ਦਾ ਸੱਚ ਰੂਪੀ ਅੰਮ੍ਰਿਤ ਇਸ ਆਤਮਾ ਨੂੰ ਫਿਰ ਮਿਲਣ ਲੱਗ ਪੈਂਦਾ ਹੈ, ਫਿਰ ਜੀਵਨ ਨਿਹਾਲ ਹੋ ਜਾਂਦਾ ਹੈ। ਸਮੁੱਚੀ ਪੰਕਤੀ ਦੇ ਅਰਥ ਨੇ, ਕਹਿੰਦੇ ਜਿਸ ਦੇ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਉੱਤੇ ਭਰੋਸਾ ਤੇ ਵਿਸ਼ਵਾਸ ਵੱਧ ਜਾਂਦਾ ਹੈ, ਜੋ ਆਪਣੇ ਹਿਰਦੇ ਘਰ ਦੇ ਮਾਲਕ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਵਸਦਾ ਸਮਝਣ ਲੱਗ ਪੈਂਦਾ ਹੈ, ਫਿਰ ਉਹ ਪਰਮਾਤਮਾ ਦੀ ਨਜ਼ਰ ਦਾ ਪਾਤਰ ਬਣ ਜਾਂਦਾ ਹੈ। ਤੇ ਪਰਿਪੂਰਨ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਉਸ ਦਾ ਵਿਕਾਰਾਂ ਦੇ ਵਿੱਚ ਪਿਆ ਹੋਇਆ ਹਿਰਦਾ ਹਮੇਸ਼ਾ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦਾ ਹੈ ਤੇ ਕੌਲ ਫੁਰ ਵਾਂਗੂ ਖਿੜ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਇਸ ਹਿਰਦੇ ਦੇ ਵਿੱਚੋਂ ਫਿਰ ਬੁਰਾਈਆਂ, ਚਿੰਤਾਵਾਂ, ਡਿਪਰੈਸ਼ਨ, ਪਰੇਸ਼ਾਨੀਆਂ ਸਭ ਮੁੱਕ ਜਾਂਦੀਆਂ ਨੇ ਤੇ ਇਹ ਹਿਰਦਾ ਰੋਮ ਰੋਮ, ਅੰਗ ਅੰਗ ਆਨੰਦ ਵਿੱਚ ਆ ਜਾਂਦਾ ਹੈ, ਜਿਹਨੂੰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਨ ਮੇਰੇ ਸਤਿਗੁਰੂ ਸੇਵਾ ਸਾਰ। ਫਿਰ ਹੇ ਮੇਰੇ ਮਨ, ਸਤਿਗੁਰ ਦੀ ਦੱਸੀ ਹੋਈ ਮੱਤ ਤੇ ਤੁਰ, ਕਿਉਂਕਿ ਗੁਰੂ ਜੀ ਦੀ ਮੱਤ ਹੀ ਸਭ ਤੋਂ ਵੱਡੀ ਸੇਵਾ ਹੈ। ਗੁਰੂ ਜੀ ਦੇ ਹੁਕਮ ਤੇ ਤੁਰ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨਾ ਮਨੋ ਵਿਸਾਰ। ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਇਸ ਜੀਵਨ ਦਾ ਦਾਤਾ ਹੈ, ਉਹਨੂੰ ਇੱਕ ਸੈਕਿੰਡ ਵਾਸਤੇ ਵੀ ਆਪਣੇ ਤੋਂ ਦੂਰ ਨਾ ਕਰ। ਤੇ ਜਿਹੜਾ ਮਨੁੱਖ ਫਿਰ ਇਹ ਉਦਮ ਕਰਦਾ ਹੈ, ਪਰਿਪੂਰਨ ਪਰਮਾਤਮਾ ਦੀ ਨਜ਼ਰ ਦਾ ਪਾਤਰ ਬਣਦਾ ਹੈ, ਮਿਹਰ ਦਾ ਪਾਤਰ ਬਣਦਾ ਹੈ। ਅਗਲਾ ਬੰਦ ਹੈ ਪਾਵਨ ਸ਼ਬਦ ਦਾ, ਗੁਣ ਗੋਵਿੰਦ ਨਿਤ ਗਾਵੀਐ ਆਵਗੁਣ ਕੱਟਣ ਹਾਰ। ਗਾਵੀਐ ਦਾ ਅਰਥ ਹੈ ਗਾਏ ਜਾਣੇ ਚਾਹੀਦੇ ਹਨ। ਗੁਣ ਗੋਬਿੰਦ ਪਰਿਪੂਰਨ ਪਰਮਾਤਮਾ ਦੇ ਗੁਣ। ਨਿਤ ਦਾ ਅਰਥ ਹੈ ਰੋਜ਼ਾਨਾ। ਗਾਵੀਆਂ ਦਾ ਅਰਥ ਹੈ ਗਾਏ ਜਾਣੇ ਚਾਹੀਦੇ ਹਨ। ਅਵਗੁਣ ਦਾ ਅਰਥ ਹੈ ਅਵਗੁਣ ਕੱਟਣਹਾਰ, ਕੱਟਣ ਦੇ ਸਮਰੱਥ। ਪਰਿਪੂਰਨ ਪਰਮਾਤਮਾ ਜੋ ਧਰਤੀ ਦਾ ਮਾਲਕ ਹੈ, ਫਿਰ ਸਦਾ ਉਹਦੀ ਹੀ ਸਿਫਤ ਕਰਨੀ ਚਾਹੀਦੀ ਹੈ। ਝੂਠਿਆਂ ਲੋਕਾਂ ਦੀਆਂ ਉਸਤਤਾਂ ਨਹੀਂ ਕਰਨੀਆਂ ਚਾਹੀਦੀਆਂ। ਆਪਣੇ ਜੀਵਨ ਵਿੱਚ ਆਪਣੇ ਮਨ ਨੂੰ ਇੰਨਾ ਕੰਟਰੋਲ ਕਰ ਲਓ ਕਿ ਅਸੀਂ ਕਿਸੇ ਦੁਨਿਆਵੀ ਮਨੁੱਖ ਦੀ ਉਪਾਸਨਾ ਜਾਂ ਉਸਤਤ ਨਹੀਂ ਕਰਨੀ। ਇਹ ਇੱਕ ਹਉਮੈ ਹੈ। ਤੁਸੀਂ ਕਿਸੇ ਮਨੁੱਖ ਨੂੰ
ਜਦੋਂ ਤੁਸੀਂ ਹਾਂ ਠੀਕ ਆ ਕੋਈ ਸੱਚ ਦੇ ਰਾਹ 'ਤੇ ਚੱਲ ਰਿਹਾ ਹੈ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਪਰ ਕਿਸੇ ਦੇ ਗੁਣਾਂ ਨੂੰ ਅਵਗੁਣਾਂ ਵਿੱਚ ਤਬਦੀਲ ਕਰਨਾ ਤੇ ਕਿਸੇ ਦੇ ਅਵਗੁਣ ਨੂੰ ਉਤਸ਼ਾਹਿਤ ਕਰਨਾ, ਇਹ ਗੁਰਮਤਿ ਦਾ ਪ੍ਰਵਾਨ ਨਹੀਂ, ਗੁਰਮਤਿ ਵਿੱਚ ਪ੍ਰਵਾਨ ਨਹੀਂ। ਮਨੁੱਖ ਦੂਸਰੇ ਦੇ ਸਿਫਤ ਸਲਾਹ ਉਦੋਂ ਕਰਦਾ ਹੈ ਜਦੋਂ ਉਹ ਤੋਂ ਉਹਨੂੰ ਸਵਾਰਥ ਹੈ ਵੀ ਇਹ ਮੇਰੀ ਸਵਾਰਥ ਪੂਰਾ ਕਰੇਗਾ, ਫਿਰ ਉਹਦੀ ਚਾਪਲੂਸੀ ਕਰਦਾ ਹੈ, ਉਹਦੀ ਹਾਂ ਦੇ ਵਿੱਚ ਹਾਂ ਰਲਾਉਂਦਾ ਹੈ। ਇਹ ਗੁਰਮਤਿ ਨੂੰ ਪ੍ਰਵਾਨ ਨਹੀਂ। ਸਤਿਗੁਰੂ ਕਹਿੰਦੇ ਜੇ ਹਾਂ 'ਚ ਹਾਂ ਰਲਾਉਣੀ ਹੈ ਨਾ ਤੇ ਉਹ ਪ੍ਰਮਾਤਮਾ ਦੀ ਵਿੱਚ ਰਲਾ। ਹੁਕਮ ਕੇਵਲ ਪ੍ਰਮਾਤਮਾ ਦਾ ਮੰਨ, ਉਹਦੀ ਹੀ ਸਿਫਤ ਕਰਿਆ ਕਰ ਕਿ ਪ੍ਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ। ਉਹਦੇ ਗੁਣ ਗਾ, ਨਿਤ ਰੋਜ਼ਾਨਾ ਗਾ, ਅਵਗੁਣ ਕੱਟਣਹਾਰ, ਕਿਉਂਕਿ ਉਹ ਪਰਿਪੂਰਨ ਪ੍ਰਮਾਤਮਾ ਮਾਲਕ ਅਕਾਲ ਪੁਰਖ ਹੀ ਤੇਰੇ ਜੀਵਨ ਦੇ ਵਿੱਚੋਂ ਅਵਗੁਣਾਂ ਨੂੰ ਕੱਟ ਸਕਦਾ ਹੈ ਤੇ ਗੁਣਾਂ ਨੂੰ ਸਮਾ ਸਕਦਾ ਹੈ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿਠੇ ਵਿਸਥਾਰ। ਸਭ ਕਹਿੰਦੇ ਮਾਇਆ ਦੇ ਅਨੇਕਾਂ ਖਿਲਾਰੇ ਕਰਕੇ ਵੇਖ ਲਏ ਹਨ, ਸਭ ਕਰ ਡਿਠੇ ਵਿਸਥਾਰ। ਵਿਸਥਾਰ ਦਾ ਅਰਥ ਹੈ ਵਿਸਥਾਰ ਕਰ ਲੈਣਾ। ਸਭ ਕਹਿੰਦੇ ਮਨੁੱਖ ਨੇ ਇਸ ਮਾਇਆ ਦਾ ਬਹੁਤ ਵਿਸਥਾਰ ਕਰਕੇ ਵੇਖ ਲਿਆ, ਪਰ ਅੰਦਰ ਇਹਦੇ ਅਸ਼ਾਂਤੀ ਹੈ, ਅੰਦਰ ਸ਼ਾਂਤੀ ਨਹੀਂ ਹੈ। ਧਨ ਕਮਾ ਕੇ ਵੇਖ ਲਓ, ਮਹਿਲ ਬੰਗਲੇ ਉੱਚੀਆਂ ਇਮਾਰਤਾਂ ਖੜੀਆਂ ਕਰਕੇ ਦੇਖ ਲਓ, ਮਹਿੰਗੇ ਤੋਂ ਮਹਿੰਗੀਆਂ ਗੱਡੀਆਂ ਘਰਾਂ 'ਚ ਖੜੀਆਂ ਕਰਕੇ ਦੇਖ ਲਓ, ਤੇ ਆਪਣੇ ਮਨ ਨੂੰ ਪੁੱਛੋ ਕਿ ਮਨ ਸ਼ੀਤਲ ਹੈ, ਹੁਣ ਸ਼ਾਂਤ ਹੈ? ਨਹੀਂ। ਇਹ ਮਾਇਆ ਦੀ ਦੌੜ ਕਦੀ ਨਹੀਂ ਰੁਕਣੀ। ਇਹਦਾ ਜਿੰਨਾ ਮਰਜ਼ੀ ਵਿਸਥਾਰ ਕਰ ਲਓ, ਇਸ ਮਾਇਆ ਦੇ ਜਿੰਨੇ ਮਰਜ਼ੀ ਖਿਲਾਰੇ ਖਿਲਾਰ ਲਓ, ਇਹ ਯਕੀਨ ਕਰਕੇ ਫਿਰ ਜਾਣੋ ਇਹਨਾਂ ਖਿਲਾਰਿਆਂ ਦੇ ਵਿੱਚੋਂ ਕੁਝ ਨਹੀਂ ਮਿਲਣਾ, ਸਗੋਂ ਭਟਕਣਾ ਮਿਲਣੀ ਹੈ, ਭਰਮਣਾ ਮਿਲਣਾ ਹੈ, ਮਨੁੱਖ ਭੁਲੇਖੇ ਵਿੱਚ ਹੀ ਰਹਿਣਾ ਹੈ। ਤੋ ਸਭ ਕਹਿੰਦੇ ਇੱਕ ਗੱਲ ਪੱਕੇ ਤਰੀਕੇ ਨਾਲ ਪੱਲੇ ਬੰਨ੍ਹ ਲਾ, ਬਿਨ ਹਰ ਨਾਮ ਨਾ ਸੁਖ ਹੋਏ। ਪਰਮਾਤਮਾ ਜੀ ਦੀ ਰਜ਼ਾ, ਉਹਦੇ ਭਾਣੇ, ਉਹਦੇ ਹੁਕਮ ਦੇ ਵਿੱਚ ਚੱਲਣ ਤੋਂ ਬਿਨਾਂ ਤੈਨੂੰ ਆਤਮਿਕ ਤੌਰ 'ਤੇ ਤੂੰ ਸੁਖੀ ਹੋ ਹੀ ਨਹੀਂ ਸਕਦਾ। ਆਤਮਿਕ ਤੌਰ 'ਤੇ ਜੇ ਸੁੱਖ ਚਾਹੁੰਦਾ ਹੈ, ਉਹਦੀ ਰਜ਼ਾ 'ਚ ਆ ਜਾ, ਮਿਹਨਤ ਕਰ। ਇਹ ਨਹੀਂ ਕਿ ਮਿਹਨਤ ਨਹੀਂ ਕਰਨੀ, ਕਿਰਤ ਕਰਨੀ ਹੈ, ਮਿਹਨਤ ਕਰਨੀ ਹੈ, ਪਰ ਮਿਹਨਤ ਝੂਠ ਦੀ ਨਹੀਂ ਕਰਨੀ। ਸ਼ਾਰਟਕਟ ਨਹੀਂ ਅਪਣਾਉਣੇ ਕਿ ਭਾਈ ਕਿਸੇ ਨਾਲ ਸਮੈਕ ਵੇਚ ਕੇ, ਕਿਸੇ ਦੀਆਂ ਕਿਡਨੀਆਂ ਵੇਚ ਕੇ, ਮਿਲਾਵਟ ਕਰਕੇ, ਧੋਖਾ ਦੇ ਕੇ, ਝੂਠ ਬੋਲ ਕੇ ਮੈਂ ਬੇਈਮਾਨੀ ਦੀ ਕਮਾਈ ਕਰਾਂ ਕਿ ਇਹਦੇ ਨਾਲ ਅਮੀਰ ਤੇ ਹੋ ਜਾਵਾਂਗਾ, ਬੰਗਲੇ ਵੀ ਖੜੇ ਕਰ ਲਵਾਂਗਾ, ਪਰ ਰਹੂੰਗਾ ਮਲਕ ਭਾਗੋ ਹੀ। ਤੇ ਗੁਰੂ ਨਾਨਕ ਦੇਵ ਜੀ ਫਿਰ ਸਾਫ਼ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਤੇਰੇ ਭੋਜਨ ਵਿੱਚ ਖੂਨ ਨਜ਼ਰ ਆਉਂਦਾ ਹੈ, ਤੇ ਉਹੀ ਖੂਨ ਅਸੀਂ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ। ਤੇ ਜਦੋਂ ਸਾਡੇ ਬੱਚੇ ਉਹ ਖੂਨ ਖਾਣਗੇ, ਉਹ ਖੂਨ ਦੀਆਂ ਰੋਟੀਆਂ ਖਾਣਗੇ, ਉਹ ਕਦੀ ਵੀ ਸੱਚ ਦੇ ਜਿਹੜੇ ਨੇ ਉਪਾਸ਼ਕ ਨਹੀਂ ਹੋ ਸਕਦੇ। ਉਹਨਾਂ ਅੰਦਰ ਝੂਠ ਬੇਈਮਾਨੀ ਰਹੇਗੀ। ਤੋ ਜੇ ਚਾਹੁੰਦੇ ਆ ਇੱਕ ਸੱਚ ਦਾ ਸਮਾਜ ਸਿਰਜਿਆ ਜਾਵੇ, ਫਿਰ ਕਿਰਤ ਇਮਾਨਦਾਰੀ ਦੀ ਕਰੋ। ਥੋੜ੍ਹਾ ਖਾਓ ਪਰ ਵਧੀਆ ਖਾਓ, ਜ਼ਿੰਦਗੀ ਬਹੁਤ ਵਧੀਆ ਲੰਘੇ, ਕਿਸੇ ਦੇ ਦੇਣਦਾਰ ਨਾ ਹੋਈਏ, ਅੱਖਾਂ ਸ਼ਰਮ ਦੇ ਨਾਲ ਨਾ ਚੁੱਕਣ। ਹਮੇਸ਼ਾ ਸਿਰ ਉੱਚਾ ਕਰਕੇ ਆਖਰੀ ਪੜਾਵ ਤੱਕ ਜਿਹੜਾ ਮਨੁੱਖ ਜ਼ਿੰਦਗੀ ਜਿਉਂਦਾ ਹੈ ਨਾ, ਅਸਲੀ ਉਹੀ ਜੇਤੂ ਹੈ। ਤੇ ਜਿਹੜਾ ਮਨੁੱਖ ਅੱਖਾਂ ਨੀਵੀਆਂ ਕਰਕੇ ਲੁਕ ਲੁਕ ਕੇ ਸਮਾਜ ਤੋਂ ਜੀਵਨ ਜਿਉਂਦਾ ਹੈ, ਉਹ ਬੇਸ਼ੱਕ ਅਮੀਰ ਹੋਵੇ, ਧਨਾੜ ਹੋਵੇ। ਕਾਹਦਾ ਧਨਾੜ ਜੇ ਲੋਕਾਂ ਦੇ ਮੂੰਹ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ ਆਉਂਦੀ, ਰਿਸਪੈਕਟ ਹੀ ਨਹੀਂ ਕੋਈ। ਇੱਕ ਮਨੁੱਖ ਪੈਸਿਆਂ ਦੇ ਨਾਲ ਰਿਸਪੈਕਟ ਪ੍ਰਾਪਤ ਕਰਦਾ ਹੈ, ਇੱਕ ਆਪਣੇ ਗੁਣਾਂ ਤੋਂ ਪ੍ਰਾਪਤ ਕਰਦਾ ਹੈ। ਪੈਸਿਆਂ ਨਾਲ ਪ੍ਰਾਪਤ ਕੀਤੀ ਹੋਈ ਰਿਸਪੈਕਟ ਮਨੁੱਖ ਦੇ ਮੂੰਹ ਦੀ ਹੈ, ਪਿੱਠ ਪਿੱਛੇ ਉਹਨੂੰ ਗਾਲਾਂ ਨੇ। ਪਰ ਜਿਹਨੇ ਆਪਣੇ ਗੁਣਾਂ ਤੋਂ ਰਿਸਪੈਕਟ ਪ੍ਰਾਪਤ ਕੀਤੀ ਹੈ ਨਾ, ਉਹ ਜਿੱਥੇ ਮਰਜ਼ੀ ਰਹੂਗਾ, ਲੋਕੀ ਉਹਦੀ ਸਿਫਤਾਂ ਦੇ ਪੁੱਲ ਬਣਨਗੇ, ਉਹਦੇ ਗੁਣ ਗਾਉਣਗੇ, ਉਹਦੀ ਇਮਾਨਦਾਰੀ ਦੇ, ਉਹਦੀ ਸੱਚਾਈ ਦੇ। ਤੋ ਸਭ ਕਹਿੰਦੇ ਜਿੰਨਾ ਮਰਜ਼ੀ ਇਸ ਮਾਇਆ ਦਾ ਵਿਸਥਾਰ ਕਰਕੇ ਵੇਖ ਲਾ, ਸੱਚਾ ਸੁੱਖ ਤੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ। ਸਹਿਜੇ ਸਿਫਤੀ ਰਤਿਆਂ ਭਵ ਜਲ ਉਤਰੇ ਪਾਰ। ਸਹਿਜੇ ਦਾ ਅਰਥ ਆ ਆਤਮਿਕ ਅਡੋਲਤਾ, ਜਿਹਦੇ ਵਿੱਚੋਂ ਭੜਕਣਾ ਮੁੱਕ ਜਾਵੇ, ਲਾਲਚ ਮੁੱਕ ਜਾਵੇ, ਅਹੰਕਾਰ ਮੁੱਕ ਜਾਵੇ, ਤੇ ਮਨ ਬਿਲਕੁਲ ਸ਼ਾਂਤ ਹੋ ਜਾਵੇ, ਬਿਲਕੁਲ ਸ਼ੀਤਲ ਹੋ ਜਾਵੇ।
ਇਹਨੂੰ ਕਹਿੰਦੇ ਨੇ ਸਹਿਜ ਦੀ ਅਵਸਥਾ। ਕਹਿੰਦੇ ਆਤਮਿਕ ਅਡੋਲਤਾ ਦੇ ਵਿੱਚ ਜਦੋਂ ਮਨੁੱਖ ਦੀ ਆਤਮਾ ਡੋਲਣਾ ਬੰਦ ਕਰ ਦੇਵੇ, ਹਜੇ ਕਦੀ ਖਿਆਲ ਕਰਨਾ ਤੁਸੀਂ ਆਪਣੇ ਆਪ ਤੇ ਕਿਤੇ ਪ੍ਰੈਕਟੀਕਲ ਕਰਨਾ, ਜਦੋਂ ਤੁਹਾਡਾ ਮਨ ਕਰੇ ਵੀ ਅੱਜ ਮੈਂ ਨਾ ਕਿਸੇ ਦਾ ਭਲਾ ਕਰਨਾ ਹੈ, ਤੇ ਅੰਦਰੋਂ ਜ਼ਰੂਰ ਤੁਹਾਡੇ ਖਿਆਲ ਆਊਗਾ ਛੱਡ ਪਰੇ, ਕੁਝ ਨਹੀਂ ਫਾਇਦਾ ਇਹ ਕੀਤੇ। ਹੁਣ ਅਸੀਂ ਉਹ 'ਚੋਂ ਕਿਹੜੇ ਖਿਆਲ ਨੂੰ ਫੋਲੋ ਕਰਦੇ ਹਾਂ? ਜੇ ਤੇ ਅਸੀਂ ਇਸ ਖਿਆਲ ਨੂੰ ਫਾਲੋ ਕੀਤਾ ਹੈ ਕਿ ਹਾਂ ਮੇਰਾ ਗੁਰੂ ਸਿਖਾਉਂਦਾ ਹੈ ਵੀ ਲੋੜਵੰਦ ਦੀ ਮਦਦ ਕਰਨੀ ਹੈ, ਮਾਨਵਤਾ ਦਾ ਭਲਾ ਕਰਨਾ ਹੈ, ਤੇ ਐਸਾ ਕਰਕੇ ਦੇਖਿਓ ਕਿੰਨਾ ਤੁਹਾਡਾ ਮਨ ਸਕੂਨ, ਕਿੰਨਾ ਸਾਰੀ ਦਿਹਾੜੀ ਪੋਜ਼ਿਟਿਵ, ਕਿੰਨੀ ਆਨੰਦ ਤੇ ਕਿੰਨੀ ਸ਼ਾਂਤੀ ਵਿੱਚ ਰਹੇਗਾ। ਪਰ ਜੇ ਕਿਸੇ ਨੇ ਉਹ ਦੂਸਰੇ ਖਿਆਲ ਨੂੰ ਫੋਲੋ ਕਰ ਲਿਆ ਜਿਹੜਾ ਕਹਿੰਦਾ ਛੱਡ ਪਰੇ ਕੀ ਲੋੜ ਪਈ ਹੈ, ਸਾਰੀ ਦਿਹਾੜੀ ਬੇਚੈਨੀ, ਸਾਰੀ ਦਿਹਾੜੀ ਬੁਖਲਾਹਟ ਰਹੂਗੀ। ਸਾਡੇ ਅੰਦਰ ਹੀ ਹੈ, ਸਾਡੇ ਅੰਦਰ ਹੀ ਹੈ ਅਸੀਂ ਕਿਸ ਖਿਆਲ ਨੂੰ ਫੋਲੋ ਕਰਨਾ ਹੈ, ਕਿਸ ਖਿਆਲ ਦੇ ਪਿੱਛੇ ਤੁਰਨਾ ਹੈ। ਮਾੜੇ ਚੰਗੇ ਖਿਆਲ ਸਾਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਿਰਦੇ ਵਿੱਚ ਬਣਦੇ ਨੇ, ਮਰਦੇ ਨੇ। ਤੋ ਸਭ ਕਹਿੰਦੇ ਚੰਗੇ ਪਾਸੇ ਲੱਗ, ਸਹਿਜੇ ਸਿਫਤੀ ਰਤਿਆਂ ਭਵਜਲ ਉਤਰੇ ਪਾਰ। ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਦੇ ਹੀ ਗੁਣ ਗਾ, ਉਹਦੇ ਨਾਲ ਹੀ ਪਿਆਰ ਪਾ, ਕਿਉਂਕਿ ਉਹਦੇ ਨਾਲ ਪਿਆਰ ਪਾਇਆ ਹੀ ਤੂੰ ਇਸ ਵਿਕਾਰਾਂ ਦੇ, ਇਸ ਮਾਇਆ ਦੇ, ਇਸ ਤ੍ਰਿਸ਼ਨਾ ਦੇ ਅੱਗ ਨਾਲ ਭਰੇ ਹੋਏ ਸੜਦੇ ਬਲਦੇ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਅਗਲੀਆਂ ਪੰਕਤੀਆਂ ਨੇ, ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਤੂਰ। ਮਨੁੱਖ ਜਦੋਂ ਪਰੇਸ਼ਾਨੀ ਦੇ ਜਕੜਾਂ ਦੇ ਵਿੱਚ ਜਕੜਿਆ ਜਾਂਦਾ ਨਾ, ਫਿਰ ਇਹ ਧਾਰਮਿਕ ਦੁਨੀਆ ਦੇ ਵਿੱਚ ਆਉਂਦਾ ਹੈ, ਕਿਉਂਕਿ ਇਹਨੂੰ ਇੰਝ ਲੱਗਦਾ ਹੈ ਵੀ ਹੁਣ ਧਰਮ ਦੀ ਦੁਨੀਆ ਮੇਰੀ ਬਾਂਹ ਫੜ ਸਕਦੀ ਹੈ। ਤੇ ਧਰਮ ਦੀ ਦੁਨੀਆ ਵਿੱਚ ਬੜਾ ਵੱਡਾ ਲਾਲਚ ਬੈਠਾ ਜੇ, ਬਹੁਤ ਵੱਡਾ ਬਿਜ਼ਨਸ ਬੈਠਾ ਹੈ। ਹੁਣ ਜਿੰਨੇ ਤੇ ਚੰਗਾ ਕੋਈ ਹੈ ਜਿਹੜਾ ਗੁਰੂ ਦੀ ਮੱਤ ਤੇ ਤੁਰਿਆ, ਜਿਹਦੇ ਅੰਦਰ ਸੱਚਮੁੱਚ ਗੁਰੂ ਦਾ ਭੈ, ਉਹ ਤੁਹਾਨੂੰ ਸਹੀ ਸੁਨੇਹਾ ਦੇਗਾ। ਪਰ ਜਿਹੜਾ ਵਿਕਾਊ ਹੈ, ਜਿਹਦਾ ਕੰਮ ਹੀ ਹੈ ਕਿ ਅਸੀਂ ਧਰਮ ਨੂੰ ਵੇਚਣਾ ਹੈ, ਲੋਕਾਂ ਨੂੰ ਬੇਵਕੂਫ ਬਣਾਉਣਾ ਹੈ, ਲੋਕਾਂ ਦੀ ਇਸ ਭਾਵਨਾਵਾਂ ਦਾ ਖਿਲਵਾੜ ਕਰਨਾ ਹੈ, ਉਹਨਾਂ ਨੇ ਤੁਹਾਨੂੰ ਤੀਰਥਾਂ ਦੇ ਭ੍ਰਮਣ ਵੱਲ ਪਾ ਦੇਣਾ ਹੈ। ਕਿਸੇ ਨੇ ਆਖਣਾ ਕਾਸ਼ੀ ਜਾ ਕੇ ਨਾ, ਕਿਸੇ ਨੇ ਆਖਣਾ ਫਲਾਣੇ ਤੀਰਥ ਤੇ ਜਾ ਕੇ ਜਾ, ਕਿਸੇ ਨੇ ਆਖਣਾ ਫਲਾਨੀ ਜਗ੍ਹਾ ਜਾ। ਤੋ ਸਾਹਿਬ ਜੀ ਸਾਫ਼ ਨਿਰਣੈ ਦਿੰਦੇ, ਕਹਿੰਦੇ ਤੀਰਥ ਵਰਤ ਲਖ ਸੰਜਮਾ। ਕਹਿੰਦੇ ਤੀਰਥਾਂ ਤੇ ਜਾਣਾ, ਸੰਜਮ ਦਾ ਅਰਥ ਹੈ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਦੇ ਸਾਧਨ। ਬਚਾਉਣ ਦੇ ਸਾਧਨ ਮਤਲਬ ਕੋਈ ਕਹਿੰਦਾ ਜੀ ਮੈਂ ਪੁੱਠਾ ਲਮਕ ਜਾਣਾ ਹੈ, ਕਈਆਂ ਨੇ ਸੰਗਲ ਬੰਨ੍ਹਣਾ ਹੈ, ਕਈ ਜੰਗਲਾਂ ਵਿੱਚ ਜਾ ਵੜੇ। ਸਭ ਕਹਿੰਦੇ ਇਹ ਵਰਤ ਕਰਨੇ, ਇਹ ਸਾਧਨ ਕਰਨੇ, ਲੱਖ ਸੰਜਮ ਕਰਨੇ। ਸੰਜਮ ਦਾ ਅਰਥ ਹੈ ਸਾਧਨ ਵਰਤਣੇ, ਵਰਤ ਰੱਖਣੇ। ਵੀ ਮੈਂ ਕਈ ਦਿਨ ਰੋਟੀ ਨਹੀਂ ਖਾਂਦਾ ਕਿ ਸ਼ਾਇਦ ਰੋਟੀ ਨਾ ਖਾਧਿਆਂ ਪ੍ਰਮਾਤਮਾ ਖੁਸ਼ ਹੋ ਜਾਵੇਗਾ। ਕਰਵਾ ਚੌਥ ਦਾ ਵਰਤ ਆ ਗਿਆ, ਪਤਾ ਨਹੀਂ ਹੋਰ ਆ ਨਰਾਤਿਆਂ 'ਚ ਕਿੰਨੇ ਵਰਤ ਲੰਘ ਕੇ ਗਏ ਨੇ। ਸਤਿਗੁਰੂ ਕਹਿੰਦੇ ਸਿਰਫ ਮਹਿਜ਼ ਤੇ ਮਹਿਜ਼ ਪਖੰਡਿਆ। ਹਾਂ ਤੇਰੀ ਸਿਹਤ ਵਾਸਤੇ ਸ਼ਾਇਦ ਵਧੀਆ ਕਿਤੇ ਹੋ ਜਾਣ, ਪਰ ਹੈ ਇਹ ਪਖੰਡਿਆ। ਪਰਮਾਤਮਾ ਨਹੀਂ ਰੀਝਣਾ। ਤੂੰ ਜਿੰਨੇ ਮਰਜ਼ੀ ਸਰੋਵਰਾਂ ਦੇ ਕੰਢਿਆਂ ਤੇ ਜਾ ਕੇ ਨਹਾਉਂਦਾ ਫਿਰ, ਤੂੰ ਤੀਰਥਾਂ ਦੇ ਭ੍ਰਮਣ ਕਰਦਾ ਫਿਰ। ਸਤਿਗੁਰੂ ਜੀ ਨੇ ਸਾਫ਼ ਸ਼ਬਦਾਂ ਵਿੱਚ ਜਪਜੀ ਸਾਹਿਬ 'ਚ ਗੱਲ ਕਹੀ ਹੈ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ। ਮੈਂ ਤੀਰਥਾਂ ਤੇ ਜਾ ਕੇ ਤਾਂ ਨਾਵਾਂ ਜੇ ਐਸਾ ਕਰਨ ਨਾਲ ਪ੍ਰਮਾਤਮਾ ਖੁਸ਼ ਹੋ ਜਾਵੇ। ਪ੍ਰਮਾਤਮਾ ਨੇ ਇੰਝ ਨਹੀਂ ਖੁਸ਼ ਹੋਣਾ। ਜੇ ਉਹਨੂੰ ਖੁਸ਼ ਕਰਨਾ ਚਾਹੁੰਦਾ ਉਹਦੇ ਹੁਕਮ ਤੇ ਚੱਲਣਾ ਪਏਗਾ। ਸਭ ਕਹਿੰਦੇ ਜਿੰਨੇ ਮਰਜ਼ੀ ਕਰਮ ਕਰ, ਤੀਰਥ ਵਰਤ ਲਖ ਸੰਜਮਾ। ਕਹਿੰਦੇ ਜਿੰਨੇ ਮਰਜ਼ੀ ਤੀਰਥਾਂ ਦੇ ਇਸ਼ਨਾਨ ਕਰ, ਜਿੰਨੇ ਮਰਜ਼ੀ ਵਰਤ ਰੱਖ ਲਾ, ਭਾਵੇਂ ਇੰਦਰੀਆਂ ਦੇ ਲੱਖਾਂ ਯਤਨ ਕਰ ਲਾ ਇਹਨਾਂ ਨੂੰ ਵਸ ਕਰਨ ਦੇ, ਪਰ ਸਤਿਗੁਰੂ ਦੇ ਹੁਕਮ ਤੋਂ ਬਿਨਾਂ ਪਾਈਏ ਸਾਧੂ ਤੂਰ। ਹੁਣ ਸਾਧੂ ਮੈਂ ਬਾਰ-ਬਾਰ ਸ਼ਬਦ ਕਹਿਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਧੂ, ਸਾਧ, ਸੰਤ ਇਹ ਸ਼ਬਦ ਰਿਜ਼ਰਵ ਨੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਾਸਤੇ, ਗੁਰੂ ਸ਼ਬਦ ਵਾਸਤੇ। ਸਾਡੇ ਵਾਸਤੇ ਸਾਡਾ ਸਾਧੂ ਸਾਡਾ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ। ਸਾਡੇ ਵਾਸਤੇ ਸਾਡਾ ਸੰਤ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਹੈ। ਸਾਡੇ ਵਾਸਤੇ ਸਾਡਾ ਬ੍ਰਹਮ ਗਿਆਨੀ ਧੰਨ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਇਸ ਤੋਂ ਇਲਾਵਾ ਹੋਰ ਕਿਸੇ ਦੇਹ ਨੂੰ ਸਾਧੂ ਨਹੀਂ ਮੰਨਦੇ, ਅਸੀਂ ਹੋਰ ਕਿਸੇ ਦੇਹ ਨੂੰ ਸੰਤ ਨਹੀਂ ਮੰਨਦੇ, ਹੋਰ ਕਿਸੇ ਦੇਹ ਨੂੰ ਬ੍ਰਹਮ ਗਿਆਨੀ ਨਹੀਂ ਮੰਨਦੇ।
ਸਾਡਾ ਸ਼ਬਦ ਹੀ ਸਭ ਕੁਝ ਹੈ, ਸਾਡਾ ਗੁਰੂ ਹੀ ਸਭ ਕੁਝ ਹੈ। ਤੋ ਸਾਹਿਬ ਕਹਿੰਦੇ ਪਾਈਏ ਸਾਧੂ ਧੂੜ। ਸਾਧੂ ਧੂੜ ਦਾ ਅਰਥ ਕੀ ਹੈ? ਸਾਧੂ ਦੇ ਪੈਰਾਂ ਦੀ ਧੂੜ ਨਾ ਕਿਤੇ ਇਕੱਠੀ ਕਰਨ ਤੁਰ ਪਿਓ। ਆ ਬੜਾ ਵੱਡਾ ਭਰਮ ਜਾਲ ਜੇ ਗੁਰਦੁਆਰਿਆਂ ਦੇ ਵਿੱਚ ਵੀ, ਈਵਨ ਹਰਿਮੰਦਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ ਪੁੜੀਆਂ ਬਣ ਬਣ ਕੇ ਦਿੱਤੀਆਂ ਜਾਂਦੀਆਂ ਨੇ ਚਰਨਾਂ ਦੀ ਧੂੜ ਦੀ। ਜੀ ਆਹ ਧੂੜ ਆ ਜੀ ਨਾ। ਗੁਰੂ ਸ਼ਬਦ ਨੂੰ ਸਮਝੋ। ਸਤਿਗੁਰੂ ਜੀ ਕੀ ਕਹਿੰਦੇ? ਸਾਧੂ ਆ ਧੰਨ ਗੁਰੂ ਗ੍ਰੰਥ ਸਾਹਿਬ, ਤੇ ਸਾਧੂ ਦੀ ਚਰਨਾਂ ਦੀ ਧੂੜ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਹੈ? ਗੁਰੂ ਸ਼ਬਦ ਜਿਹੜੇ ਨੇ ਚਰਨ ਨੇ, ਸ਼ਬਦ ਵਿੱਚੋਂ ਨਿਕਲਿਆ ਗਿਆਨ, ਉਹ ਗੁਰੂ ਜੀ ਦੇ ਚਰਨਾਂ ਦੀ ਧੂੜ ਹੈ। ਫਿਰ ਧਿਆਨ ਦੇਣਾ, ਸ਼ਬਦ ਗੁਰੂ ਹੈ, ਸ਼ਬਦ ਗੁਰੂ ਵਿੱਚੋਂ ਨਿਕਲਿਆ ਜਿਹੜਾ ਗੁਰੂ, ਜਿਹੜਾ ਗੁਰੂ ਗ੍ਰੰਥ ਸਾਹਿਬ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਜਿਹੜਾ ਗਿਆਨ ਹੈ, ਗਿਆਨ ਜਿਹੜਾ ਸ਼ਬਦ ਜਿਹੜਾ ਹੈ, ਸ਼ਬਦ ਚੋਂ ਨਿਕਲਿਆ ਗਿਆਨ ਜਿਹੜਾ ਹੈ, ਉਹ ਚਰਨਾਂ ਦੀ ਧੂੜ ਹੈ। ਸ਼ਬਦ ਚਰਨ ਨੇ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ, ਸ਼ਬਦ ਗੁਰੂ ਦੇ ਚਰਨ ਨੇ। ਸ਼ਬਦਾਂ ਦੇ ਵਿੱਚੋਂ ਜਿਹੜਾ ਗਿਆਨ ਮਿਲਿਆ ਉਹ ਧੂੜ ਹੈ। ਉਹ ਲਾਉਣੀ ਕਿੱਥੇ ਹੈ? ਆਪਣੀ ਮੱਤ ਰੂਪੀ। ਆ ਜਿਹੜੀ ਮੱਤ ਆ ਨਾ, ਆ ਜਿਹੜੀ ਮੱਤ ਸਾਨੂੰ ਡਰਾਈਵ ਕਰਦੀ ਹੈ, ਇਸ ਮੱਤ ਉੱਤੇ ਗੁਰਮਤ ਦੇ ਗਿਆਨ ਦੀ ਪਕੜ ਬਿਠਾਉਣੀ ਹੈ, ਤਾਂ ਕਿ ਇਹ ਮੱਤ ਗੁਰੂ ਦੀ ਮੱਤ ਨੂੰ ਫਾਲੋ ਕਰਕੇ ਮਨ ਨੂੰ ਵਿਕਾਰਾਂ ਤੋਂ ਤੋੜ ਕੇ ਗੁਰਮਤ ਨਾਲ ਜੋੜ ਸਕੇ। ਸਭ ਕਹਿੰਦੇ ਇੱਕੋ ਇੱਕ ਆਹੀ ਤਰੀਕਾ ਹੈ ਜਿਹਦੇ ਨਾਲ ਤੇਰੇ ਵਿੱਚ ਸੱਚ ਟਿਕ ਸਕਦਾ ਹੈ, ਆਤਮਿਕ ਅਡੋਲਤਾ ਆ ਸਕਦੀ ਹੈ। ਅਗਲੀਆਂ ਪੰਕਤੀਆਂ, ਲੋਕ ਕਮਾਵੈ ਕਿਸੇ ਤੇ, ਜਾਂ ਵੇਖੈ ਸਦਾ ਹਦੂਰ। ਬੜੀ ਵੱਡੀ ਗੱਲ ਪਾਤਸ਼ਾਹ ਕਰ ਰਿਹਾ ਹੈ। ਮਨੁੱਖ ਦਾ ਨਾ ਇੱਕ ਭਰਮ ਹੈ। ਭਰਮ ਇਹ ਹੈ, ਇਹ ਲੁਕ ਕੇ ਕਰਦਾ ਕੰਮ। ਹੁਣ ਮੈਨੂੰ ਨਹੀਂ ਕਿਸੇ ਨਾਲ ਚੋਰੀ ਕਰਨੀ, ਮੈਂ ਨੋਰਮਲ ਜੀਵਨ ਜਿਉ ਰਿਹਾ, ਬੜਾ ਵਧੀਆ ਜੀਵਨ ਹੈ, ਮੈਨੂੰ ਕਿਤੋਂ ਡਰਨ ਦੀ ਲੋੜ ਹੈ। ਪਰ ਜੇ ਮੇਰੇ ਮਨ ਵਿੱਚ ਇਹ ਖਿਆਲ ਆ ਜੇ ਕਿ ਮੈਂ ਆਪਣੇ ਨੇਬਰ ਦੀ ਜਾਂ ਫਲਾਨੀ ਚੀਜ਼ ਚੁੱਕਣੀ ਹੈ, ਹੁਣ ਬੇਸ਼ੱਕ ਉੱਥੇ ਮੈਨੂੰ ਕੋਈ ਨਹੀਂ ਦੇਖ ਰਿਹਾ, ਮੇਰੀ ਬਾਡੀ ਲੈਂਗੁਏਜ ਬਦਲ ਗਈ, ਮੇਰੀ ਬਾਡੀ ਲੈਂਗੁਏਜ ਬਦਲ ਗਈ। ਹੁਣ ਮੇਰੀ ਬਾਡੀ ਲੈਂਗੁਏਜ ਦੇ ਵਿੱਚ ਭੈ, ਡਰ ਕੀ ਹੈ? ਮੈਂ ਫੜਿਆ ਨਾ ਜਾਵਾਂ। ਆਲੇ ਦੁਆਲੇ ਲੋਕੀ ਜਿਹੜੇ ਘੁੰਮ ਰਹੇ ਨੇ ਉਹਨਾਂ ਤੋਂ ਡਰਿਆ ਉਹ ਮੈਨੂੰ ਫੜ ਨਾ ਲੈਣ, ਕਿਉਂਕਿ ਮੇਰੇ ਅੰਦਰ ਚੋਰੀ ਹੈ। ਤੇ ਮੈਂ ਇਹ ਸੋਚ ਰਿਹਾ, ਮੈਂ ਲੋਕਾਂ ਦੀਆਂ ਅੱਖਾਂ ਤੋਂ ਲੁਕ ਕੇ ਜਾਂ ਕਿਸੇ ਹੋਰ ਦੀਆਂ ਅੱਖਾਂ ਤੋਂ ਲੁਕ ਕੇ, ਐਨ ਕਮਰੇ ਬੰਦ ਕਰਕੇ, ਕੁੰਡੀਆਂ ਲਾ ਕੇ ਜੋ ਅੰਦਰ ਕਰ ਰਿਹਾ ਨਾ, ਉਹ ਕਿਸੇ ਨੂੰ ਨਹੀਂ ਦਿਸ ਰਿਹਾ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ, ਮੈਂ ਕਥਾ ਕਰ ਰਿਹਾ, ਬੜਾ ਵੱਡਾ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਅਵਾ ਕਰ ਰਿਹਾ, ਇਹ ਸਿਰਫ ਤੁਹਾਨੂੰ ਪਤਾ ਹੈ ਵੀ ਬੜਾ ਵਧੀਆ ਹੋਊਗਾ ਇਹ ਕਥਾਵਾਚਕ, ਬੜੀਆਂ ਗੱਲਾਂ ਧਰਮ ਦੀਆਂ ਬਾਹਾਂ ਮਾਰ ਮਾਰ ਕੇ ਕਰਦਾ ਹੈ। ਜਾਂ ਮੇਰੇ ਮਾਤਾ ਪਿਤਾ ਨੂੰ ਵੀ ਨਹੀਂ ਪਤਾ, ਉਹ ਵੀ ਇਹੀ ਕਹਿਣਗੇ ਬੜਾ ਵਧੀਆ ਬੰਦਾ ਹੈ ਜੀ। ਪਰ ਮੈਨੂੰ ਪਤਾ ਹੈ ਮੈਂ ਅੰਦਰੋਂ ਕੀ ਹਾਂ, ਮੇਰੇ ਅੰਦਰ ਕੀ ਵਿਚਾਰ ਚੱਲਦੇ ਨੇ, ਕਿਹੜੀਆਂ ਕਾਮ ਦੀਆਂ ਵਾਸ਼ਨਾਵਾਂ ਚੱਲਦੀਆਂ ਨੇ, ਕਿਹੜਾ ਕ੍ਰੋਧ ਚੱਲਦਾ ਹੈ, ਕਿਹੜੀ ਨਫ਼ਰਤ ਹੈ, ਕਿਹਦੇ ਵਾਸਤੇ ਬੇਈਮਾਨੀ ਹੈ, ਇਹ ਸਭ ਮੈਨੂੰ ਪਤਾ ਹੈ ਕਿ ਮੇਰੇ ਅੰਦਰ ਕੀ ਹੈ। ਵੱਖਰੀ ਗੱਲ ਕਿ ਮੈਂ ਲੋਕਾਂ ਨੂੰ ਨਾ ਦੱਸਾਂ, ਹਰ ਮਨੁੱਖ ਨੂੰ ਪਤਾ ਹੈ ਕਿ ਉਹਦੇ ਅੰਦਰ ਕੀ ਹੈ। ਉਹਨੇ ਬਾਹਰ ਮਖੌਟਾ ਉੜਿਆ ਬਸ। ਸਭ ਕਹਿੰਦੇ ਆ ਮਖੌਟਾ ਹੀ ਮੈਂ ਤੇਰਾ ਲਾਉਣਾ ਹੈ। ਸੰਭਲ ਜਾ, ਸੰਭਲ ਜਾ, ਹਜੇ ਵੀ ਮੌਕਾ ਹੈ। ਆ ਜਿਹੜੇ ਲੁਕ ਕੇ ਜਿਹੜੇ ਗੁਨਾਹ ਕਰਦਾ ਨਾ, ਜਿਹੜੇ ਝੂਠ ਬੋਲਦਾ, ਜਿਹੜੇ ਤੇਰੇ ਅੰਦਰ ਇਹ ਵਿਚਾਰ ਵਿਕਾਰਾਂ ਦੇ ਪੈਦਾ ਹੁੰਦੇ ਨੇ, ਜਿਹੜਾ ਤੂੰ ਅੰਦਰੋਂ ਬੇਈਮਾਨੀ ਨਾ ਆ ਛੱਡ ਦੇ, ਨਹੀਂ ਤੇ ਮੈਂ ਤੇਰਾ ਇਹ ਮਖੌਟਾ ਲਾ ਦੇਣਾ ਕਿਸੇ ਦਿਨ। ਉਹ ਦਿਨ ਤੈਨੂੰ ਕੋਈ ਵੀ ਸ਼ਬਦ ਨਹੀਂ ਮਿਲਣੇ ਆਪਣੀ ਕਲੀਅਰੈਂਸ ਦੇਣ ਦੇ। ਹਜੇ ਵੀ ਮੌਕਾ ਹੈ। ਤੋ ਸਾਹਿਬ ਕਹਿੰਦੇ ਲੋਕ ਕਮਾਵੇ ਕਿਸੇ ਤੇ, ਕਿਤੋਂ ਲੁਕ ਕੇ ਗੁਨਾਹ ਕਰ ਰਿਹਾ, ਕਿਤੋਂ ਲੁਕਾ ਰਿਹਾ? ਪਰਮਾਤਮਾ ਤੋਂ। ਉਹ ਤੇ ਹਰ ਵਕਤ ਤੇਰੀ ਇੱਕ ਕਰਮ ਨੂੰ ਵਾਚ ਰਿਹਾ ਹੈ, ਇੱਕ ਕੀਤੇ ਕੰਮ ਨੂੰ ਉਹ ਤੈਨੂੰ ਵੇਖ ਰਿਹਾ ਹੈ। ਕਿਤੇ ਵੀ ਐਸਾ ਨਹੀਂ ਕਿ ਉਹਦੀ ਨਜ਼ਰ ਤੇਰੇ ਤੇ ਨਾ ਹੋਵੇ। ਲੋਕ ਕਮਾਵੇ ਕਿਸੇ ਤੇ। ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਕਰਮ ਕਾਂਡਾਂ ਦੇ ਨਾਲ ਨਹੀਂ ਭਤੀਜਦਾ। ਸਾਹਿਬ ਕਹਿੰਦੇ ਉਹ ਸਦਾ ਅੰਗ ਸੰਗ ਹੈ, ਸਦਾ ਨਾਲ ਹੈ। ਤੂੰ ਲੱਖ ਵਾਰੀ ਉਤੋਂ ਲੁਕ ਕੇ ਕੰਮ ਕਰੇ, ਪਰ ਉਹ ਤੇਰੇ ਕੀਤੇ ਹੋਏ ਕੰਮਾਂ ਨੂੰ ਵੇਖ ਰਿਹਾ ਹੈ। ਫਿਰ ਇਹ ਮੂਰਖ ਮਨੁੱਖ, ਕਿਸ ਤੋਂ ਲੁਕ ਕੇ ਮੰਦੇ ਕੰਮ ਕਰਦਾ ਹਾਂ? ਉਹਦੇ ਹੁਕਮ 'ਚ ਰਹਿ, ਉਹਦੀ ਰਜ਼ਾ 'ਚ ਰਹਿ,
परमात्मा दे सामने सच वर्गा जिंदगी जी, फिर किसी तो डरन की लोड़ नहीं, किसी राजे तो डरन की लोड़ नहीं, किसी सरकार तो डरन की लोड़ नहीं। जे तेरे अंदर सच आ ना, फिर परवाह ना ही किसी केरी बाज सच्चे ना, फिर नहीं परवाह किसी की। जिसके अंदर सच सो सच्चा नाम मुख सच अलाए। जिहदे अंदर सच आ ना, वो रह ही नहीं सकता, उहदे मुख तो सच ही निकलूगा। उहदे डर, उहदे मन विचों भैम वहम भरम मिट जाणगे, भरोसा अकाल पुरख दा बच जाएगा। थान तनंतर रब रहा प्रभ मेरा भरपूर। थान तनंतर का अर्थ आ हर थां हर जगह, भरपूर का अर्थ आ पूरे तौर पर। परिपूर्ण परमात्मा हरेक थां वसिया होया है ते पूर्ण रूप दे विच हर जगह व्यापक है। सच पातशाही अमर सच, सच्चे सच्चा थान। सच चच्चे दे थल्ले औंकड़ है, सदा थिर रहन वाला। अमर दा अर्थ है हुक्म, सच्चा है सदा थिर रहन वाले परमात्मा दा हुक्म। सच पातशाही, जिहड़ियां पातशाहियां ने ना परमात्मा दियां, सब कहंदे वो सदा कायम रहन वालियां ने। अमर सच, उहदा हुक्म भी सदा सदैवी सच्चा है। सच्चे सच्चा थान, ते परमात्मा हर थां कायम है, हर थां वो रह रहा है। कोई भी ऐसी जगह नहीं, कोई भी ऐसा जरा नहीं जिथे उहदा वासा ना होवे। सच्ची कुदरत धारियन, सच सिर जियोन जहान। वो सदा थिर रहन वाले परमात्मा ने, ये सारी सदा थिर रहन वाली कुदरत जिहड़ी है, ये अटल कुदरत आप रची है। वो इस कुदरत दे विच कादर बन के वसिया है। ये कुदरत जो कादर परमात्मा ने रची है, ये भी सच्ची है। धारियन, ये सब कुछ उन्हें बनाया है, उन्हें धारिया है, उन्हें तैयार कीती है, ये सब उन्हें रची है। सच सिरजियों जहान, ते ये सारा जगत भी उन्हें अपने हुक्म दे विच पैदा किया होया है। आखिरियां पंक्तियां ने अज दे पावन शब्द दियां। नानक जपीऐ सच नाम, हों सदा सदा कुर्बान। नानक जी आखदे हन, फिर हे मनुख सदा वास्ते सच्चे निरंकार परमात्मा नूं ही अपने जीवन का आसरा बना ला। उहदे ही हुक्म दे विच रह, उहनूं ही आराध, उहनूं ही चेते कर। ते जिहड़ा मनुख ऐसा करदा वा ना, सब कहंदे मैं उस तों सदके जाना हाँ, कुर्बान जाना हाँ, बलिहार जाना हाँ। जिन्हों गुरमत की गल समझ आ गई है, जिन्हें अपने जीवन की यात्रा गुरु के हुक्म ते तोर लई है। सो गुरु के प्यार वालिओ, ये रोजाना ही लड़ीवार गुरु शब्द की विचार आप जी तक पहुँचाने का मंतव ही है। हथ जोड़ के बेनती करदा, मैं ये दावा किते नहीं कि ये आखिरी है। बहुत डूंगी है गुरबाणी की विचार। ये तो जिवें जिवें समझ आउंदी है, जिवें जिवें गुरु जी बख्शिश करते हैं, आप उंगल फड़ के लैके तुरते हैं, तो तिवें तिवें उहदियां रहमतां दा एहसास हुंदा है। ये तो एक जतन आ कि आपां रल मिल के इकट्ठे हो के रोजाना एक शब्द की विचार घट्टो घट कर सकीए। क्योंकि बहुत वीरां वल्लों फोन आउंदे सन कि भाई साहब जी कोई इहो जिहा उपराला करो, तो मैं बिना मेरी किसी संस्था जां किसी कोई होर जथेबंदी नाल लैना देना नहीं है। मेरा मिशन केवल तो केवल गुरु ग्रंथ साहिब ते गुरबाणी दे उपर तुरना है। और असी बस रल मिल के यही यतन कर रहे हैं। सिर्फ तो सिर्फ हजे तो आप बेसिक समझ रहे हैं कि गुरबाणी के बेसिक अर्थ की ने, ताकि असी बेसिक तौर के उत्ते गुरबाणी नूं समझ सकीए, धन गुरु ग्रंथ साहिब के राह ते तुर सकीए, ते अपने जीवन दे विच फॉलो जरूर करिए। क्योंकि गुरमत फॉलो करन दा विषय है, अखंड पाठां दा विषय नहीं गुरबाणी, कर्म कांडां दा विषय नहीं गुरबाणी। सहज पाठ करने ने, ताकि सहज पाठ वो भी विचार विचार के समझ के एक एक अखर चिथ चिथ के अंदर लैके जाना है, ताकि साडा मन गुरु की मत ते तुर पवे। तो जिदण ये अवस्था बनेगी ना, बहुत समझाउण लग पवेगी। तो गुरु जी कृपा करन,
मैं बहुत धन्नवादी हाँ अपने सारे मित्रां भैणां भरावां दोस्तां दा जो बड़ा प्यार ते उत्साह बख्शते हैं, जिन्हां दी बदौलत इस सेवा आपस दी सनम को लैके हाज़र हो रहे हैं। काफ़ी वीरां दे कॉल्स आउंदियां ने, भाई गुरदास जी दियां वारां दी विचार तुसीं क्यों बंद कर दित्ती है, चालू करो। बिल्कुल जरूर चालू करांगे जी। पर कुछ क दिन मैं अक्सर बेनती करदा, क्योंकि ਜਦੋਂ ਆਪਾਂ ਇੰਡੀਆ 'ਚ ਰਹਿੰਦੇ ਹਾਂ, ਇੱਥੇ ਕੰਸਟਰਕਸ਼ਨ ਚੱਲਦੀ ਹੋਣ ਕਰਕੇ ਅਤੇ ਆਲੇ ਦੁਆਲੇ ਅਤੇ ਕਈ ਵਾਰੀ ਸ਼ੋਰ ਸ਼ਰਾਬਾ ਬਹੁਤ ਹੁੰਦਾ, ਅਤੇ ਮੈਂ ਇਸੇ ਕਰਕੇ ਥੋੜ੍ਹਾ ਜਿਹੇ ਸਮੇਂ ਤੋਂ ਬ੍ਰੇਕ ਲਈ ਸੀ ਕਿ ਵੀ ਥੋੜ੍ਹਾ ਜਿਹਾ ਮੈਨੂੰ ਸ਼ਾਂਤੀ ਮਿਲੇ ਆਤਮਿਕ ਤੌਰ 'ਤੇ, ਤਾਂ ਹੀ ਮੈਂ ਗੱਲ ਕਰ ਸਕਾਂਗਾ ਜੇ ਮੇਰਾ ਆਲਾ ਦੁਆਲਾ ਸ਼ਾਂਤੀ ਭਰਪੂਰ ਹੋਵੇਗਾ। ਤੋ ਇਹਦੇ ਵਾਸਤੇ ਬਸ ਕੁਝ ਕੁ ਦਿਨ ਮੈਨੂੰ ਹੋਰ ਚਾਹੀਦੇ ਨੇ, ਅਤੇ ਮੈਂ ਜ਼ਰੂਰ ਛੇਤੀ ਤੋਂ ਛੇਤੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੋਵਾਂਗਾ ਜੀ। ਰੱਬ ਰਾਖਾ, ਸਤਿਗੁਰ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।